ਗੱਲ ਬੂੰਦੀਗੜ੍ਹੋਂ ਸ਼ੁਰੂ ਕਰਦੇ ਹਾਂ। ਪਹਿਲਾਂ ਵੀ ਪਿਰਥੀ ਸਿੰਘ ਰਠੌੜ ਦੀ ਗੱਲ ਤੁਹਾਡੇ ਸਾਹਮਣੇ ਰੱਖ ਚੁੱਕੇ ਹਾਂ। ਇਹਨਾਂ ਦੀ ਲਾਣੇ 'ਚੋਂ ਰਾਜੇ ਬਿਨੇਪਾਲ ਦੇ ਲੜਕੇ ਉਦੈ ਸਿੰਘ ਦੀ ਗੱਲ ਕਰਾਂਗੇ। ਉਦੈ ਸਿੰਘ ਕੌਂਗਤੀ ਮਹਿਰਾ ਦੇ ਘਰੇ ਆ ਗਏ ਮਹਿਮਾਨ। ਮਹਿਰੇ ਨੂੰ ਕਹਿਣ ਲੱਗੀ ਵੀ ਆਪਣੇ ਜਦੋਂ ਕੋਈ ਮਹਿਮਾਨ ਆ ਜਾਂਦਾ, ਆਪਾਂ ਜਦੋਂ ਮਹਿਮਾਨ ਨਮਾਜ਼ੀ ਕਰਦੇ ਹਾਂ ਸਾਰਾ ਜ਼ੋਰ ਲਾ ਦਿੰਦੇ ਹਾਂ ਵੀ ਸਾਨੂੰ ਕਿਸੇ ਪਾਸਿਓਂ ਇਹ ਨਿੰਦ ਨਾ ਜਾਵੇ। ਹੁਣ ਮਹਿਮਾਨ ਆਏ ਹੋਏ ਨੇ, ਕਹਿੰਦੀ ਅੱਜ ਤਾਂ ਤਰਕਾਰੀ ਬਣਾਉਣੀ ਹੈ, ਚੱਕ ਜਾਲ ਵਗ ਜਾ ਬਾਹਰ ਨੂੰ। ਕਹਿੰਦਾ ਵੀ ਜੇ ਆਪਾਂ ਉਹੀ ਸਾਰ ਲਈਏ। ਉਹ ਕਹਿੰਦੀ ਫਿਰ ਮੈਂ ਤਾਂ ਜ਼ਹਿਰ ਖਾ ਕੇ ਮਰ ਜੂ। ਅੱਜ ਮੇਰੇ ਰਿਸ਼ਤੇਦਾਰ ਆਏ ਨੇ, ਮੇਰੇ ਭਤੀਜੇ ਆਏ ਨੇ, ਅੱਜ ਤੂੰ ਆਨਾਕਾਨੀਆਂ ਕਰਦਾ। ਜਦੋਂ ਮੈਂ ਤੇਰਿਆਂ ਨੂੰ ਸਾਰਾ ਕੁਛ ਕਰਦੀ ਹਾਂ ਤੇਰੇ ਆਇਆ ਤੂੰ ਅੱਜ ਮੇਰੇ ਮਹਿਮਾਨਾਂ ਨੂੰ ਕਿਉਂ ਨਹੀਂ ਚੱਲਦਾ। ਫਾਂਦੀ ਚੱਕ ਕੇ ਜਾਲ ਬਾਹਰ ਨੂੰ ਤੁਰ ਪਿਆ। ਉਹਨੇ ਹੰਸ ਫੜ ਲਿਆ। ਹੰਸ ਫੜ ਕੇ ਘਰ ਨੂੰ ਤੁਰਿਆ ਆਉਂਦਾ ਵੀ ਆਹ ਨਾਲੇ ਤਾਂ ਉਹਦਾ ਡੰਗ ਸਰ ਜੂਗਾ ਜਿਹੜਾ 1-2 ਦਿਨ ਰਹੂਗਾ, ਅਤੇ ਨਾਲੇ ਮਗਰੋਂ 5-7 ਦਿਨ ਆਪਾਂ ਵਧੀਆ ਮੌਜ ਜੜਾਵਾਂਗੇ। ਤੁਰਿਆ ਆਉਂਦਾ, ਰਾਹ ਦੇ ਵਿੱਚ ਟੱਕਰ ਗਿਆ ਉਦੈ ਸਿੰਘ। ਉਦੈ ਸਿੰਘ ਕਹਿੰਦਾ ਉਹ ਫਾਂਦੀ ਆ ਕੀ ਆ ਇਹ? ਕਹਿੰਦਾ ਜੀ ਹੰਸ ਹੈ। ਕਹਿੰਦਾ ਤੈਨੂੰ ਐ ਨਹੀਂ ਪਤਾ ਵੀ ਮੇਰੇ ਪਿਤਾ ਦਾ ਹੁਕਮ ਹੈ ਵੀ ਮੇਰੇ ਰਾਜ ਦੇ ਵਿੱਚ ਜੀਵ ਹੱਤਿਆ ਨਹੀਂ ਕਰਨੀ। ਇਹ ਤੂੰ ਕੀ ਕਰੇ? ਤੂੰ ਹੁਣ ਇਹ ਜੀਵ ਹੱਤਿਆ ਕਰੇਗਾ? ਕਹਿੰਦਾ ਮਹਾਰਾਜ ਪ੍ਰਾਹੁਣੇ ਆਏ ਹੋਏ ਨੇ, ਮੈਨੂੰ ਮੇਰੀ ਜਾਨ ਬਖਸ਼ੋ। ਮੈਨੂੰ ਤਾਂ ਘਰ ਵਾਲੀ ਕਹਿੰਦੀ ਮੈਂ ਜ਼ਹਿਰ ਖਾ ਕੇ ਮਰ ਜੂੰਗੀ, ਸੋ ਮੈਨੂੰ ਤੁਸੀਂ ਜਾਣ ਦਿਓ। ਕਹਿੰਦਾ ਨਾ, ਇਹ ਨਹੀਂ ਗੱਲ ਹੋ ਸਕਦੀ। ਤੇਰੀ ਜਾਨ ਬਖਸ਼ੀ ਤਾਂ ਦੀ ਹੋ ਸਕਦੀ ਹੈ ਜੇ ਤੂੰ ਇਹਨੂੰ ਛੱਡ ਦੇ। ਕਹਿੰਦਾ ਜੀ ਛੱਡੇ ਤੋਂ ਜਾਨ ਬਖਸ਼ੀ ਆ? ਕਹਿੰਦਾ ਹਾਂ। ਉਹਨੇ ਹੰਸ ਬਰੀ ਕਰਾਤਾ, ਜਾਣੇ ਛਡਾਤਾ। ਉਹਨੂੰ ਕਹਿੰਦਾ ਜਾ ਬਈ ਮਿੱਤਰਾ ਕਰ ਮੌਜ। ਹੁਣ ਹੰਸ ਕਹਿੰਦਾ ਜੇ ਕਿਤੇ ਲੋੜ ਪੈ ਜੇ ਤਾਂ ਮੈਨੂੰ ਯਾਦ ਕਰੀ, ਤੈਂ ਮੇਰੀ ਅੱਜ ਜਾਨ ਬਚਾਈ ਹੈ। ਮੈਂ ਤੇਰੀ ਜਿੰਨੀ ਵੀ ਹੋ ਸਕੀ ਜੀ ਜਾਨ ਤੱਕ ਤੇਰੇ ਚਰਨਾਂ ਦੇ ਵਿੱਚ ਹਾਜ਼ਰ ਹੈ। ਜਦੋਂ ਵੀ ਮੈਨੂੰ ਯਾਦ ਕਰੇਗਾ ਮੈਂ ਆਊਂਗਾ। ਹੁਣ ਇੱਧਰੋਂ ਕਾਬਲ ਕੰਧਾਰ ਦਾ ਸੁਨੇਹਾ ਆ ਗਿਆ ਦਿੱਲੀ ਦਰਬਾਰ ਨੂੰ ਕਿ ਕਾਬਲ ਕੰਧਾਰ ਦੇ ਜਿਹੜੇ ਅਣਖੀ ਪਠਾਨ ਨੇ ਉਹ ਕਿਸੇ ਦੀ ਸ਼ਾਨੀ ਨਹੀਂ ਭਰਦੇ। ਹੁਣ ਉੱਥੇ ਉਸ ਮੁਹਿੰਮ 'ਤੇ ਉਦੈ ਸਿੰਘ ਨੂੰ ਸੱਦ ਕੇ ਦਿੱਲੀ ਦੇ ਨਰੇਸ਼ ਨੇ ਕਾਬਲ ਅਤੇ ਕੰਧਾਰ ਨੂੰ ਚੜ੍ਹਾਈ ਕਰਤੀ ਕਿ ਜਾਓ ਜਾ ਕੇ ਕਾਬਲ ਔਰ ਕੰਧਾਰ ਵਾਲਿਆਂ ਨੂੰ ਈਨ ਮਨਾਓ, ਉਹ ਸਾਡੀ ਗੱਲ ਸੁਣਨ, ਸਾਡੀ ਗੱਲ 'ਤੇ ਅਮਲ ਕਰਨ, ਸਾਨੂੰ ਟੈਕਸ ਦੇਣ, ਸਾਡਾ ਹਾਲਾ ਮਾਮਲਾ ਦੇਣ ਅਤੇ ਬਟਾਈ ਦੇਣ। ਇਸ ਤੋਂ ਬਿਨਾਂ ਹੋਰ ਕੋਈ ਸ਼ਰਤ ਮਨਜ਼ੂਰ ਨਹੀਂ ਹੈ ਸਾਨੂੰ। ਫੌਜਾਂ ਦੀ ਚੜ੍ਹਾਈ ਹੋ ਗਈ। ਹੁਣ ਜਾ ਕੇ ਗਾਹਾਂ ਕਿੱਥੇ? ਕਾਬਲ ਅਜੇ ਥੋੜ੍ਹੀ ਦੂਰ ਰਹਿੰਦਾ। ਡੇਰਾ ਲੱਗਿਆ ਹੋਇਆ, ਬਹੁਤ ਵੱਡਾ ਦਰੱਖਤ ਹੈ ਜਿਹਦੇ ਥੱਲੇ ਕਮਾਂਡਰ ਉਦੈ ਸਿੰਘ ਦਾ ਟੈਂਟ ਲੱਗਿਆ ਹੋਇਆ। ਉਹ ਪਿਆ ਰਾਤ ਨੂੰ। ਹੁਣ ਉਸ ਦਰੱਖਤ ਦੇ ਉੱਤੇ ਚਕਵਾ ਤੇ ਚਕਵੀ ਬੈਠੇ ਨੇ। ਚਕਵਾ ਤੇ ਚਕਵੀ ਉਹ ਗੱਲਾਂ ਕਰਦੇ ਨੇ। ਕਹਿੰਦੇ ਵੀ ਜਿਹੜਾ ਆਪਣੇ ਆ ਤੰਬੂ 'ਚ ਪਿਆ ਨਾ ਥੱਲੇ, ਦੇਖੋ ਜਾਨਵਰਾਂ ਨੂੰ ਵੀ ਸਮਝ ਸੀ ਉਸ ਟਾਈਮ 'ਚ। ਆਹ ਜਿਹੜੇ ਜਾਨਵਰ ਨੇ ਨਾ, ਅਸੀਂ ਹੁਣ ਇਹਨਾਂ ਦੀਆਂ ਆਵਾਜ਼ਾਂ ਨਹੀਂ ਪਛਾਣ ਸਕਦੇ। ਕਹਿੰਦੇ ਹੁਣ ਵੀ ਨੇ ਸਾਨੂੰ ਕੁਛ, ਕਿਉਂਕਿ ਜਦੋਂ ਤੁਸੀਂ ਦੇਖਦੇ ਆਮ ਕੁੱਤਾ ਜਾਂ ਬਿੱਲਾ ਜਾਂ ਕੋਈ ਹੋਰ, ਉਹ ਮਿਊਂ ਕਹਿੰਦਾ ਜਾਂ ਆਪਣੇ ਦੁੱਧ ਵਾਲੇ ਭਾਂਡੇ ਕੋਲੇ ਜਾਂਦਾ, ਮਤਲਬ ਉਹਦਾ ਇਹ ਹੁੰਦਾ ਕਿ ਮੈਨੂੰ ਦੁੱਧ ਪਾ। ਹੁਣ ਉਹ ਦੱਸਦਾ। ਇਸੇ ਤਰ੍ਹਾਂ ਕੁੱਤਾ ਜਦੋਂ ਕੋਈ ਬਾਹਰੋਂ ਆਉਂਦਾ ਭੌਂਕਦਾ, ਮਾਲਕ ਨੂੰ ਜਗਾਉਂਦਾ ਵੀ ਉੱਠ, क्योंकि जिसका काम उसी को साजे और करे तो ठीक का बाजे। एक धोबी दे एक गधा रखा है, एक कुत्ता। वो कहना चोर आ गए। वो गधा कुत्ते नूं कहंदा है, कहना वो चोर आ गए, तू मालक नूं जगा भौंक। वो कहंदा मैनूं तां रोटी घट पाउंदा, मैं नहीं जगाउंदा, चक लैणे जिहड़ा कुछ सकदा। कहंदा यार जगा दे, तू ऐ क्यों करदा? कहंदा ना मैं नहीं जगाउंदा। हाँ, गधा आपदे वाली बोली च लगा करने ए चू ए चू ए चू। जो 5-4 बारी करया, उठ के धोबी ने टंबा प्याती जाके 2-3 मारे।
ਕਹਿੰਦਾ ਇਹ ਖਰ ਸੌਣ ਹੀ ਨਹੀਂ ਦਿੰਦਾ ਹੈ, ਅੱਧੀ ਰਾਤ ਲੱਗ ਗਏ ਹੇ ਤੂੰ ਕਰਨਾ। ਸੋ ਇਹ ਹੈ ਸੱਜਣੋਂ ਵੀ ਜਿਹਦਾ ਕੰਮ ਹੈ ਨਾ ਉਹੀ ਕਰ ਸਕਦਾ, ਦੂਜਿਆਂ ਦਾ ਫਿਰ ਟੰਬੇ ਹੀ ਪੈਂਦੇ। ਸੋ ਹੁਣ ਚੱਕਵਾ ਦੇ ਚੱਕਵੀ ਗੱਲਾਂ ਕਰਦੇ ਆ, ਕਹਿੰਦੇ ਜੇ ਉਹਦੇ ਸਿੰਘ ਅੱਜ ਆਪਣੀ ਔਰਤ ਕੋਲੇ ਹੁੰਦਾ ਤਾਂ ਇਹਦੀ ਬੰਸ ਅੱਗੇ ਚੱਲ ਪੈਂਦੀ, ਇਹਦੇ ਘਰੇ ਪੁੱਤਰ ਪੈਦਾ ਹੋ ਜਾਂਦਾ। ਹੁਣ ਉਹ ਸੋਚਦਾ ਪਿਆ ਬਾਟ ਬਹੁਤ ਦੂਰ ਹੈ, ਪਹੁੰਚਿਆ ਕਿਵੇਂ ਜਾਊਗਾ। ਦਿਮਾਗ 'ਚ ਆ ਗਈ ਬੈਠੇ ਜੇ, ਉੱਠ ਕੇ ਬੈਠਾ ਹੋ ਗਿਆ, ਉਹ ਹੰਸ ਵੀਰ ਅੱਜ ਫਿਰ ਤੂੰ ਮਦਦ ਕਰ ਮੇਰੀ। ਬਸ ਕਹਿਣ ਦੀ ਦੇਰ ਸੀ, ਜਦੋਂ ਯਾਦ ਕਰਿਆ ਜਵਾਨ ਦੇ ਉੱਤੇ, ਇਹਨੂੰ ਕਹਿੰਦੇ ਨੇ ਮਿੱਤਰਤਾਈ। ਕਈ ਮਿੱਤਰਤਾ ਕਹਿੰਦੇ ਹੁੰਦੇ ਨੇ, ਕਹਿੰਦਾ ਛੱਡ ਕੇ ਮੈਦਾਨ ਭੱਜ ਗਏ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਕਿਉਂਕਿ ਅਨੇਕਾਂ ਉਦਾਹਰਨਾਂ ਨੇ ਇਤਿਹਾਸ ਦੇ ਵਿੱਚ। ਜਦੋਂ ਸੱਸੀ ਖੋਰੇ 'ਤੇ ਬਹਿ ਕੇ ਜਾਣੇ ਉੱਠਦੀ ਪੈੜ 'ਤੇ ਬਹਿ ਕੇ ਪੁੰਨੂ ਦੇ ਬਰਲਾਪ 'ਚ ਰੁਦਨ ਕਰਦੀ ਹੈ, ਉਦੋਂ ਕੌਣ ਕਹਿੰਦਾ ਜਿਸ ਦਿਨ ਸੱਸੀ ਸੋਹਣੀ ਕਹਿੰਦੇ ਬੈਠ ਖੋਰੇ 'ਤੇ ਰੋਈ, ਉੱਡ ਗਿਆ ਕਜਲਾ ਰੁੜ ਪੁੜ ਜਾਣਾ ਪਰ ਹੱਥ ਨਾ ਛੱਡੇ ਮਹਿੰਦੀ। ਮਹਿੰਦੀ ਤਾਂ ਗਈ ਨਹੀਂ ਹੱਥਾਂ ਤੋਂ, ਆ ਜਿਹੜਾ ਕਜਲਾ ਅੱਖਾਂ 'ਚ ਪਾਇਆ ਸੀ ਉਹ ਭੱਜ ਗਿਆ। ਸੋ ਐਂ ਹੁੰਦੇ ਨੇ ਇਹੋ ਜਿਹੇ ਮਿੱਤਰ ਜਿਹੜੇ ਪੈਂਦੀਆਂ ਤੋਂ ਫਿਰ ਅਸੀਂ ਸਮਝਦੇ ਵੀ ਹੁਣ ਪੈਂਦੀਆਂ ਨੇ ਇਹਦੀ ਪਹਿਨਦੇ ਆਪਾਂ ਤਾਂ ਉੱਡ ਲਓ, ਚਾਰੇ ਪੈਰ ਚੱਕ ਕੇ ਭੱਜ ਜਾਂਦੇ ਨੇ। ਸੋ ਹੁਣ ਹੰਸ ਆ ਗਿਆ, ਮਿੱਤਰਤਾਈ, ਕਹਿੰਦਾ ਕਿੱਥੇ ਚੱਲਣਾ ਹੈ, ਕਹਿੰਦਾ ਵੀ ਬੂੰਦੀਗੜ੍ਹ। ਕਹਿੰਦਾ ਬਹਿ ਜਾ ਮੇਰੇ ਉੱਤੇ। ਹੰਸ ਨੇ ਜਿਉਂ ਉਹਦੇ ਸਿੰਘ ਨੂੰ ਚੱਕਿਆ, 2 ਘੰਟਿਆਂ 'ਚ ਬੂੰਦੀਗੜ੍ਹ ਦੇ ਮਹਿਲ 'ਤੇ ਲਿਆ ਤਾਰਿਆ। ਲੈ ਵੀ ਮਿੱਤਰ ਕਹਿੰਦਾ ਮੈਂ ਬਹਿਣਾ ਇੱਥੇ, ਤੂੰ ਆਪਦਾ ਰਾਣੀ ਨਾਲ ਗੱਲਬਾਤ ਕਰ, ਆਪਦਾ ਜੋ ਕੰਮ ਆਇਆ ਆਪਦਾ ਕਰ, ਫਿਰ ਤੈਨੂੰ ਮੈਂ ਉਸੇ ਕੈਂਪ 'ਚ ਛੱਡ ਕੇ ਆਊਂ। ਹੰਸ ਬੈਠਾ, ਰਾਣੀ ਹੰਸ ਲਾਵਣੀ ਨਾਲ ਪ੍ਰੇਮ ਪਿਆਰ ਜੋ ਇਨਸਾਨੀਅਤ ਦਾ ਫਰਜ਼ ਬਣਦਾ ਆਪਣਾ ਉਹ ਕਰਿਆ। ਕਾਰ ਵਿਹਾਰ ਤੋਂ ਬਾਅਦ ਫਿਰ ਚੱਲ ਵੀ ਮਿੱਤਰਾ ਚੱਲੀਏ। ਕਹਿੰਦਾ ਇਸ਼ਨਾਨ ਪਾਨ ਕਰ ਲੈ। ਹਾਂ ਕਹਿੰਦਾ ਭੁੱਲ ਗਏ ਸੀ ਯਾਰ। ਨਹਾ ਕੇ ਕੱਪੜੇ ਵਰਦੀ ਬਦਲ ਕੇ ਬਹਿ ਗਿਆ, ਉੱਥੋਂ ਚੱਕਿਆ ਉਸੇ ਕੈਂਪ 'ਚ ਲਿਆ ਕੇ ਤਾਰਤਾ। ਲੈ ਮਿੱਤਰ ਕਹਿੰਦਾ ਫੇਰ ਕਿਤੇ ਲੋੜ ਪਈ ਮੈਂ ਫੇਰ ਆਊਂਗਾ ਤੇ ਹੁਣ ਮੈਨੂੰ ਇਜਾਜ਼ਤ ਦੇ। ਕਹਿੰਦਾ ਬਹੁਤ ਬਹੁਤ ਧੰਨਵਾਦ ਮਿੱਤਰਾ, ਆਹ ਤਾਂ ਮਿੱਤਰਾਂ ਵਾਲੀ ਗੱਲ ਕਰੀਏ। ਇਹਨੂੰ ਕਹਿੰਦੇ ਨੇ, ਕਹਿੰਦੇ ਸ਼ੱਕਾਂਪੂਰ ਦੇ ਅੰਮਾਂ ਦੇ ਜਾਏ ਚਾਚੇ ਤਾਏ ਮਤਲਬ ਦੇ ਸੋਭਾ ਵਿਵਾਹ। ਕਹਿੰਦਾ ਤੈਂ ਜਿਹੜੀ ਅੱਜ ਮੇਰੀ ਸ਼ੱਕ ਮਨ ਦੀ ਪੂਰੀ ਕਰੀ ਹੈ ਨਾ, ਬਹੁਤ ਬਹੁਤ ਧੰਨਵਾਦ ਹੈ ਤੇਰਾ। ਹੁਣ ਦੂਜੇ ਦਿਨ ਅੱਗੇ ਤਿਆਰੀ ਕਰ ਲਈ। ਹੁਣ ਇੱਧਰੋਂ ਕੌਣ ਲਿਖਿਆ ਇਤਿਹਾਸਕਾਰਾਂ ਨੇ, ਹੋ ਗਏ 8 ਮਾਸ ਜਾਂ ਮਨਿਆਦਾਂ ਪੁੱਗੀਆਂ, ਲਾਗੀਆਂ ਨੇ ਕਾਲਸ ਫੜਨ ਦੁੱਧੀਆਂ। ਮਾਂ ਦੀਆਂ ਦੁੱਧੀਆਂ 8ਵੇਂ ਮਹੀਨੇ ਜਿਹੜੇ ਮੂਹਰਲੇ ਜਿਹਨਾਂ ਪਚਕਾਰੀ ਕਹਿੰਦੇ ਆ, ਕਾਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ 8ਵੇਂ ਮਹੀਨੇ। ਇਹ ਗਰਭ ਅਵਸਥਾ ਦੀਆਂ ਗੱਲਾਂ ਦੱਸਦਾ ਤੁਹਾਨੂੰ, ਜਿਹੜੀਆਂ ਤੁਹਾਡੇ ਆਉਣ ਵਾਲੇ ਸਮੇਂ 'ਚ ਕੰਮ ਆਉਣਗੀਆਂ। ਹੁਣ ਉਹ ਦੇਖਿਆ ਜਦੋਂ ਰਾਣੀ ਦਾ ਪੇਟ ਪੈਰ ਭਾਰੀ, ਸਿਆਣੀਆਂ ਬੁੜੀਆਂ ਨੂੰ ਪਤਾ ਲੱਗਦਾ ਜਦੋਂ ਚਾਹੇ 2 ਮਹੀਨਿਆਂ ਦੀ ਗਰਭ ਹੋਵੇ ਔਰਤ ਦੇ ਪੇਟ 'ਚ, ਪਰ ਸਿਆਣੀਆਂ ਬੁੜੀਆਂ ਉਹਦੀ ਦੇਖ ਲੈਂਦੀਆਂ ਨੇ ਵੀ ਜਿਹੜੀ ਇਹ ਆ ਪੈਰ ਆਹ ਚੱਕ ਕੇ ਐਂ ਧਰਨ ਲੱਗ ਗਈ ਨਾ, ਇਹ ਗਰਭਵਤੀ ਹੈ, ਇਹਦੇ ਪੇਟ 'ਚ ਬੱਚਾ ਹੈ, ਬੱਚਾ ਜਾਂ ਬੱਚੀ ਹੈ ਕੋਈ ਵੀ ਹੈ। ਸੋ ਜਦੋਂ ਹੁਣ ਮਾਤਾ ਨੂੰ ਇਹ ਗੱਲ ਦਾ ਪਤਾ ਲੱਗਿਆ, ਉਹਨੇ ਦਿਨ ਗਿਣੇ ਜੀ ਮੇਰੇ ਪੁੱਤ ਗਏ ਨੂੰ ਤਾਂ ਇੰਨੇ ਮਹੀਨੇ ਹੋ ਗਏ, ਇਹ ਕਿੱਥੋਂ ਚੰਦ ਚਾੜ ਲਿਆ ਨੇ। ਮਨ ਦੇ ਵਿੱਚ ਜਦੋਂ ਵਹਿਮ ਹੋ ਜਾਏ ਨਾ ਸੱਜਣੋ, ਇਹ ਵਹਿਮ ਬੁਰੀ ਬਲਾ ਹੈ। ਚਿੰਤਾ 'ਚ ਖਸਮਾਨ ਹੈ ਹਰਦਮ ਰਹਿੰਦੀ ਨਾਲ। ਹੁਣ ਉਹ ਸੋਚਦੇ ਵੀ ਮੇਰੇ ਪੁੱਤ ਨੂੰ ਤਾਂ ਗਏ ਨੂੰ ਇੰਨਾ ਚਿਰ ਹੋ ਗਿਆ, ਬਾਹਲਾ ਟਾਈਮ ਹੋ ਗਿਆ। ਇਹ 8 ਮਹੀਨਿਆਂ ਦਾ ਗਰਭ ਹੈ।
ਫਿਰ ਕਹਿੰਦੀ ਐਂ ਕਰੋ, ਰਾਜੇ ਨਾਲ ਗੱਲ ਕੀਤੀ, ਪਤੀ ਨਾਲ ਸਾਰੀ ਗੱਲਬਾਤ ਦੱਸੀ। ਕਹਿੰਦੇ ਐਂ ਕਰੋ, ਇਹਨੂੰ ਦੇਸ਼ ਨਿਕਾਲਾ ਦੇ ਦਿਓ। ਰਾਣੀ ਹੰਸਦਾਮਣੀ ਨੂੰ ਜਾਣੇ ਮਾਂ ਦੇ ਕਹੇ ਤੋਂ ਤੇ ਪਿਓ ਦੇ ਕਹੇ ਤੋਂ ਬਿਠਾ ਕੇ ਰਥ ਦੇ ਵਿੱਚ ਰਥਵਾਨ ਰੋਹੀ ਵੀ ਆਵਾਨ 'ਚ ਛੱਡਿਆ, ਜਾਣੀ ਕਿ ਰਾਜਸਥਾਨ ਦੇ ਟਿੱਬਿਆਂ 'ਚ ਕਿਤੇ ਵੀ ਲਾ ਗਿਆ। ਜਿਹੜਾ ਬੂੰਦੀ ਹੈ, ਬੂੰਦੀਗੜ੍ਹ ਹੈ ਨਾ, ਰਾਜਸਥਾਨ 'ਚ ਹੈ। ਜੈਪੁਰ ਜੋਧਪੁਰ ਤੋਂ ਵੀ ਅੱਗੇ ਹੈ। ਜੇ ਕਿਤੇ ਕੋਈ ਗਿਆ ਹੈ, ਆਬੂ ਧਾਬੀ ਦੀਆਂ ਜਿਹੜੀਆਂ ਪਹਾੜੀਆਂ ਨੇ ਉਦੋਂ ਵੀ ਅੱਗੇ ਹੈ ਬੂੰਦੀਗੜ੍ਹ। ਰਾਜਪੂਤ ਰਾਣਿਆਂ ਦਾ ਪਿੰਡ ਹੈ। ਸੋ ਉੱਥੋਂ ਜਾਣੇ ਝੁੰਚਣ ਵਗੈਰਾ ਹੋਰ ਕਈ ਸ਼ਹਿਰਾਂ 'ਚ ਘੁੰਮਦੀ ਘੁਮਾਉਂਦੀ, ਬਨਵਾਸ ਦੇ ਵਿੱਚ ਫਿਰਦੀ, ਧੱਕੇ ਖਾਂਦੀ, ਇੱਕ ਜੌਹਰੀ ਦੀ ਨਿਗਾਹ ਚੜ੍ਹ ਗਈ। ਜੌਹਰੀ ਤਲਾਅ 'ਤੇ ਬੈਠੀ ਹੈ। ਕਹਿੰਦਾ ਭੈਣ ਤੂੰ ਮੇਰੇ ਨਾਲ ਚੱਲ, ਕਿਉਂ ਬਿਰਤਾ ਕੱਟਦੀ ਹੈ? ਉਹਦੇ ਗਾਹਾਂ ਕੋਈ ਔਲਾਦ ਨਾ। ਉਹ ਕਹਿੰਦੀ ਦੇਖ ਧਰਮ ਦੀ ਭੈਣ ਬਣਾ ਕੇ ਕਿਤੇ ਧੋਖਾ ਨਾ ਕਰ ਜੀ। ਕਹਿੰਦਾ ਮੈਂ ਹੁੰਦਾ ਜੌਹਰੀ ਬੱਚਾ, ਜਿੱਡੀ ਮਰਜ਼ੀ ਸਹੁੰ ਖਵਾ ਲੈ, ਦੁਰਗਾ ਦੇਵੀ ਨੂੰ ਹਾਜ਼ਰ ਨਾਜ਼ਰ ਸਮਝਦਾ, ਹੋਰ ਜਿਹੜੇ ਦੇਵਤੇ ਨੂੰ ਕਹੇ ਆਹ ਜਲ ਦੇਵ ਦੀਆਂ ਭਰਦਾ ਚੂੜੀਆਂ ਖਵਾਜਾ ਖਿਜਰ ਦੇ ਸਾਹਮਣੇ, ਮੈਂ ਤੈਨੂੰ ਬਚਨ ਦਿੰਦਾ, ਤੂੰ ਮੇਰੀ ਧਰਮ ਦੀ ਭੈਣ ਹੈ। ਉਹਨੂੰ ਘਰੇ ਲੈ ਗਿਆ ਹੰਸਦਾਮਣੀ ਨੂੰ। ਜਦੋਂ ਗੁਰਪ੍ਰੀਤ ਜੀ ਘਰੇ ਲੈ ਗਿਆ ਤਾਂ ਹੁਣ ਜਿਹੜਾ ਉਹਦੇ ਬੱਚਾ ਸੀ ਉਹਦਾ ਟਾਈਮ ਨਾਲ ਹੋਣਾ ਹੀ ਸੀ। ਉਹ ਬੱਚਾ ਪੈਦਾ ਹੋ ਗਿਆ, ਨਾਂ ਰੱਖਿਆ ਉਹਦਾ ਹੰਸਲਾਲ। ਹੰਸਲਾਲ, ਹੰਸਲਾਲ ਦਾ ਕੰਮ ਕੀ ਸੀ? ਜਦੋਂ ਉਹ ਮਾਂ ਦਾ ਦੁੱਧ ਚੁੰਘਦਾ, ਇੱਕ ਲਾਲ ਰੋਜ਼ ਉਗਲਦਾ ਸੀ। ਅੱਛਾ ਜੀ। ਇੱਕ ਲਾਲ, ਉਹ ਦੁੱਧ ਦਾ ਲਾਲ ਬਣ ਕੇ ਉਹ ਉਗਲ ਦਿੰਦਾ। ਹੁਣ ਉਹ ਸਰਾਣੇ ਧਰੀ ਗਈ। ਹੰਸਦਾਮਣੀ ਨੂੰ ਕੀ ਪਤਾ ਵੀ ਇਹਦੀ ਕੀ ਕੀਮਤ ਹੈ, ਕਿਉਂਕਿ ਕਹਿੰਦੇ ਹੁੰਦੇ ਨੇ, ਕਹਿੰਦੇ ਘੁਮਿਆਰ ਨੂੰ ਲਾਲ ਥਿਆ ਗਿਆ, ਉਹਨੇ ਗਧੇ ਦੇ ਗਲ 'ਚ ਪਾਤਾ। ਉਹ ਗਧਾ ਕਿਸੇ ਜੌਹਰੀ ਨੂੰ ਮਿਲ ਗਿਆ, ਕਹਿੰਦਾ ਉਹ ਇਹਦਾ ਕੀ ਲੈਣਾ? ਆਹ ਪੱਥਰ ਜਿਹੜਾ, ਕਹਿੰਦਾ ਮੈਨੂੰ ਤਾਂ ਇੱਥੋਂ ਥਿਆਇਆ ਸੀ, ਤੈਨੂੰ ਜਾਣਾ ਤੂੰ ਲੈ ਜਾ। ਉਹ ਜੌਹਰੀ ਸੀ ਵਿਚਾਰਾ, ਕਹਿੰਦਾ ਐਂ ਨਹੀਂ ਜਾਣਾ, ਤੂੰ ਇਹਦਾ ਮੁੱਲ ਦੱਸ ਕੀ ਲੈਣਾ। ਸੋ ਜਾਣੇ ਘੁਮਿਆਰ ਦੀ ਗਰੀਬੀ ਦੂਰ ਕਰਤੀ, ਕਿਉਂਕਿ ਜੌਹਰੀਆਂ ਦੇ ਬੱਚੇ ਜਾਣਦੇ ਨੇ ਲਾਲਾਂ ਦੀ ਕਦਰ। ਆਮ ਖਾਸ ਨੂੰ ਕੀ ਪਤਾ, ਉਹ ਤਾਂ ਬੱਟਾ ਸਮਝ ਕੇ ਗਧੇ ਦੇ ਗਲ 'ਚ ਪਾਤਾ। ਸੋ ਫੇਰ ਕੀ ਹੋਇਆ? ਹੁਣ ਰਾਣੀ ਰੋਜ਼ ਉਹ ਲਾਲ ਆਪਣੇ ਸਰਾਣੇ ਰੱਖੀ ਜਾਂਦੀ ਹੈ ਪੱਥਰ। 20-30 ਇਕੱਠੇ ਹੋ ਗਏ। ਉਧਰੋਂ ਇੱਕ ਦਿਨ ਉਹ ਕਹਿਣ ਲੱਗੀ ਆਪਦੀ ਭਰਜਾਈ ਨੂੰ, ਸੇਠ ਦੇ ਘਰ ਵਾਲੀ ਨੂੰ, ਭਾਬੀ। ਕਹਿੰਦੀ ਹਾਂ। ਕਹਿੰਦੀ ਤੂੰ ਆਹ ਬੱਚੇ ਦੀ ਨਿਗਾਹ ਰੱਖੀ, ਮੈਂ ਕੱਪੜੇ ਧੋਇਆ ਮਾਂ, ਧੋ ਲਿਆਵਾਂ। ਤਲਾਅ ਹੁੰਦੇ ਅੱਗੇ, ਜਿਵੇਂ ਸਾਡੇ ਪਿੰਡ ਵੀ ਬਣਿਆ ਹੋਇਆ ਸੀ, ਮਹਾਰਾਜ ਹੀਰਾ ਸਿੰਘ ਦਾ ਬਣਵਾਇਆ ਹੋਇਆ ਤਲਾਅ, ਜਿੱਥੇ ਆ ਕੇ ਬੁੜੀਆਂ ਸਾਰੇ ਪਿੰਡ ਦੀਆਂ ਧੋਬੀ ਕੱਪੜੇ ਧੋਂਦਾ ਤੇ ਬੁੜੀਆਂ ਧੋਂਦੀਆਂ। ਕਿੱਥੇ ਬਣਿਆ ਹੋਇਆ ਸੀ? ਆਹ ਜਿੱਥੇ ਜੀ ਆਪਣੀ ਤਹਿਸੀਲ ਹੈ, ਸਾਰਾ ਤਲਾਅ ਹੀ ਇਹੋ। ਠੀਕ ਹੈ। ਸਾਰਾ ਤਲਾਅ ਇਹੋ, ਉੱਥੇ ਆ ਕੇ ਧੋਬੀ ਕੱਪੜੇ ਧੋਂਦੇ। ਉੱਥੇ ਆ ਕੇ ਸਾਡੇ ਪਿੰਡ ਦੀਆਂ ਬੁੜੀਆਂ ਸਾਰੀਆਂ ਜਿੰਨੀ ਵੀ ਜਾਂਦੀਆਂ ਕੱਪੜੇ ਧੋ ਕੇ ਲਿਆਉਂਦੀਆਂ। ਤਲਾਅ ਭਰਿਆ ਰਹਿੰਦਾ ਪਾਣੀ ਦਾ, ਕਿਉਂਕਿ ਇੱਕ ਮੋਗਾ ਸਪੈਸ਼ਲ ਤਲਾਅ ਵਾਸਤੇ ਮਹਾਰਾਜ ਹੀਰਾ ਸਿੰਘ ਦਾ ਲਾਇਆ ਹੋਇਆ ਸੀ ਵੀ ਇਹਦਾ ਪਾਣੀ ਜਦੋਂ ਸੂਆ ਆਊ ਸਿੱਧਾ ਤਲਾਅ 'ਚ ਪੈਣਾ। ਸੋ ਇਸੇ ਤਰ੍ਹਾਂ ਤਲਾਅ ਬਣਿਆ ਹੋ, ਉੱਥੇ ਜਾ ਕੇ ਕੱਪੜੇ ਧੋਣ ਲੱਗ ਗਈ। ਹੁਣ ਕੱਪੜੇ ਧੋਣ ਲੱਗ ਗਈ, ਮਗਰੋਂ ਬੱਚਾ ਰੋਣ ਲੱਗ ਗਿਆ। ਹੰਸਲਾਲ, ਉਹਨਾਂ ਨੂੰ ਭਰਜਾਈ ਨੇ ਕਿਹਾ ਵੀ ਮੈਂ ਬੱਚਾ ਚੱਕ ਲਾਂ। ਜਾ ਕੇ ਜਦੋਂ ਉਹਨੇ ਬੱਚਾ ਚੱਕਿਆ, ਇੱਧਰ ਉੱਧਰ ਐ 2 ਵਾਰੀ ਟਪਾਇਆ, ਉਹ ਬੱਚੇ ਨੇ ਲਾਲ ਉਗਲਤਾ। ਉਹ ਪਤਾ ਹੁਣ ਉਹ ਸਠਿਆਣੀ ਨੂੰ ਨਾ ਵੀ ਲਾਲ ਹੈ। ਇੰਨੇ ਜੌਹਰੀ ਆ ਗਿਆ ਦੁਕਾਨ ਤੋਂ ਉੱਠ ਕੇ। ਜਦੋਂ ਜੌਹਰੀ ਆਇਆ, ਕਹਿੰਦਾ ਕਿਉਂ ਭਾਗਮਾਨੇ? ਚੱਕ ਕੇ ਉਹ ਬੱਟਾ, ਕਹਿੰਦੀ ਡਾਕਟਰ ਕੋਲੇ ਲੈ ਕੇ ਜਾ ਮੁੰਡੇ ਨੂੰ, ਤੇਰੇ ਭਾਣਜੇ ਨੂੰ। ਕਹਿੰਦਾ ਕੀ ਹੋ ਗਿਆ? ਕਹਿੰਦੀ ਇਹ ਤਾਂ ਐਡੇ ਐਡੇ ਬੱਟੇ ਨਿਕਲਦੇ ਨੇ ਅੰਦਰੋਂ। ਜਦੋਂ ਉਹਨੇ ਦੇਖਿਆ ਵੀ ਲਾਲ, ਕਹਿੰਦਾ ਕਮਲੀਏ ਇਹਦਾ ਬਿਸਤਰਾ ਫੋਲ। ਜਦੋਂ ਬਿਸਤਰਾ ਫੋਲਿਆ, ਉੱਥੇ 20-30 ਹੋਰ ਪਏ। ਕਹਿੰਦਾ ਚੱਕ ਝੋਲੇ 'ਚ ਪਾ, ਛੇਤੀ ਕਰ, ਆ ਨਾ ਜਾਵੇ ਕਿਤੇ।
ਮੁੰਡੇ ਨੂੰ ਲਾ ਗੋਦੀ, ਚੱਲ ਇੱਥੋਂ। ਹੰਸ ਲਾਲ ਨੂੰ ਲਾ ਲਿਆ ਗੋਦੀ, ਚੱਕ ਕੇ ਲਾਲ ਪਾ ਲਏ ਝੋਲੇ 'ਚ, ਜੌਹਰੀ ਰਵਾਨ ਹੋ ਗਿਆ। ਹੁਣ ਜਦੋਂ ਕੱਪੜੇ ਧੋ ਕੇ ਆਈ ਹੰਸ ਲਾਲ ਪੁੱਤ ਕਿਤੇ ਕਹਿੰਦੇ ਊਂ ਤਾਂ ਨਹੀਂ ਇਸ ਜਗਤ में किसी चीज़ का नेम, 3 ਚੀਜ਼ਾਂ ਨਹੀਂ ਮਿਲਦੀਆਂ, ਪਾਰਸ ਪੁੱਤਰ ਪ੍ਰੇਮ। ਪੁੱਤ ਮੁੱਲ ਨੂੰ ਨਹੀਂ ਮਿਲਦੇ, ਬਾਜ਼ਾਰ 'ਚੋਂ ਨਹੀਂ ਥੇ ਖਰੀਦੇ ਜਾਂਦੇ। ਹੁਮਾ ਢਿੱਡ ਦੀ ਮਮਤਾ ਅੱਗ ਲੱਗੀ ਪਈ ਆ ਸਰੀਰ ਨੂੰ ਭਾਲਦੀ ਆ। ਹੰਸ ਲਾਲ, ਹੰਸ ਲਾਲ, ਹਾਏ ਮੇਰਾ ਹੰਸ ਲਾਲ, ਹਾਏ ਮੇਰਾ ਹੰਸ ਲਾਲ। ਦਿਮਾਗ ਖੋ ਬੈਠੀ ਰਾਣੀ, ਭਾਲਦੀ ਫਿਰਦੀ ਹੈ ਜੰਗਲਾਂ ਦੇ ਵਿੱਚ। ਜਾਵੇ ਤਾਂ ਕਿੱਧਰ ਨੂੰ ਜਾਵੇ। ਅਖੀਰ ਭਾਲਦੀ ਭਲਾਉਂਦੀ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਉਹ ਰਾਣੀ ਨੇ ਉਹ ਸ਼ਾਹੂਕਾਰ ਪਛਾਣ ਲਿਆ ਵੀ ਹੋ ਜਾਂਦਾ ਹੈ। ਸ਼ਾਹੂਕਾਰ ਪਛਾਣ ਲਿਆ, ਜੌਹਰੀ ਸੀ ਜਿਹੜਾ। ਜੌਹਰੀ ਨੂੰ ਵੀ ਪਤਾ ਲੱਗ ਗਿਆ ਵੀ ਮਗਰ ਆ ਗਈ। ਹੋਵੇ ਨਾ ਜੇ ਆਪਣੀ ਸ਼ਿਕਾਇਤ ਕਰਤੀ ਆਪਾਂ ਤਾਂ ਮਾਰੇ ਜਾਵਾਂਗੇ, ਆਪਾਂ ਪਹਿਲਾਂ ਹੀ ਸ਼ਿਕਾਇਤ ਕਰੋ। ਉਹਨੇ ਜਾ ਕੇ ਕਹਿੰਦਾ ਜੀ ਇੱਥੇ ਇੱਕ ਡੈਣ ਆ ਗਈ, ਇਹ ਖਾਂਦੀ ਆ ਜਵਾਕ ਚੱਕ ਕੇ, ਮੇਰੇ ਬੱਚੇ ਦੇ ਮਗਰ ਲੱਗੀ ਹੋਈ ਹੈ, ਇਹਦਾ ਇੰਤਜ਼ਾਮ ਕਰੋ, ਇਹ ਮੇਰੇ ਬੱਚੇ ਨੂੰ ਖਾ ਜੂਗੀ। ਉਹਨਾਂ ਨੇ ਭਾਈ ਰਾਜੇ ਨੇ ਹੁਕਮ ਦਿੱਤਾ, ਜਾਓ ਫੜ ਕੇ ਲਿਆਓ, ਕਿੱਥੇ ਡੈਣ। ਡੈਣ ਫੜ ਲਿਆਂਦੀ। ਹੁਣ ਡੈਣ ਫੜ ਲਿਆਂਦੀ, ਜਦੋਂ ਰਾਜੇ ਦੀ ਪੇਸ਼ ਕਰੀ, ਕਹਿੰਦੇ ਦੱਸ। ਉਹ ਤਾਂ ਕਹੇ ਹੁਣ ਮੇਰਾ ਬੱਚਾ ਹੈ ਇਹਨਾਂ ਕੋਲੇ। ਕਹਿੰਦਾ ਹਾਏ ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਮੇਰੇ ਪੁੱਤ ਦੇ ਇਹ ਬੈਰ ਪਈ ਹੋਈ ਹੈ, ਵੀ ਇਹ ਉਹਨੂੰ ਖਾਊਗੀ। ਜਦੋਂ ਇੰਨੀ ਗੱਲ ਉਹਨੇ ਸੁਣੀ ਵੀ ਗੱਲ ਪੱਕੀ ਹੈ, ਇਹ ਜਲਾਦਾਂ ਨੂੰ ਹੁਕਮ ਦਿੱਤਾ ਕਿ ਜਾਓ ਰੋਹੀ ਬਿਆਬਾਨ ਦੇ ਵਿੱਚ ਲੈ ਜਾਓ, ਇਹਨੂੰ ਕਤਲ ਕਰ ਦਿਓ। ਹੁਣ ਜਲਾਦਾਂ ਨੇ ਫੜੀ, ਜਾਂਦੇ ਨੇ ਜਿਵੇਂ ਆਪਾਂ ਬੱਕਰੀ ਜਰਜਰਾਉਣ ਜਾਂਦੇ ਹੁੰਦੇ ਹਾਂ, ਕੰਨ ਫੜ ਕੇ ਬਾਹੋਂ ਫੜੀ ਧੂਹੀ ਤੁਰੇ ਜਾਂਦੇ ਨੇ। ਚੱਲ ਜਦੋਂ ਰੋਹੀ ਬਿਆਬਾਨ ਦੇ ਵਿੱਚ ਜਾ ਕੇ ਕੱਢੀਆਂ ਮੈਨਾਂ ਦੇ ਵਿੱਚੋਂ ਕਿਰਪਾਨਾਂ ਤਿੱਖੀਆਂ, ਰਾਣੀ ਕਹਿੰਦੀ ਕੀ ਕਰੋਗੇ? ਕਹਿੰਦੇ ਵੀ ਤੇਰੇ ਕਤਲ ਦਾ ਹੁਕਮ ਹੈ ਹੁਣ ਬਸ। ਕਹਿੰਦੀ ਕੋਈ ਰਹਿਮ। ਇੱਕ ਸਿਆਣਾ ਸੀ ਵਿੱਚ, ਉਹ ਕਹਿੰਦਾ ਉਹ ਕਿਉਂ ਪਾਪਾਂ ਦੇ ਭਾਗੀ ਹੁੰਦੇ ਆ। ਰਾਜੇ ਨੇ ਤਾਂ ਕਹਿਣ ਵਾਲੇ ਨੇ ਕਹਿਤਾ, ਆਪਾਂ ਤਾਂ ਕੋਈ ਸ਼ਰਮ ਬਣੀ ਗਈ। ਕਹਿੰਦੇ ਫਿਰ ਕੀ ਕਰੀਏ? ਕਹਿੰਦਾ ਬੇਦੋਸ਼ਾਂ ਨੂੰ ਆਪਾਂ ਕਿਉਂ ਮਾਰੀਏ, ਆਪਾਂ ਨਾ ਇਹ ਪਾਪ ਕਰੋ। ਉਹ ਦੂਜੇ ਵੀ ਮੰਨ ਗਏ, ਕਹਿੰਦੇ ਗੱਲ ਤਾਂ ਤੇਰੀ ਠੀਕ ਹੈ। ਹੁਣ ਰਾਣੀ ਨੂੰ ਛੱਡ ਕੇ ਵਗ ਗਏ। ਉਧਰ ਕੌਣ? ਹੰਸ ਲਾਲ ਵੀ ਜਵਾਨ ਹੋ ਗਿਆ, ਕਿਉਂਕਿ ਜੌਹਰੀ ਕਰੋੜਾਂ ਅਰਬਾਂ ਪਤੀ ਬਣਾਤਾ ਉਹਨੇ, ਇੱਕ ਲਾਲ ਰੋਜ਼ ਉਗਲ ਦਿੰਦਾ। ਸੁੱਚੇ ਮੋਤੀਆਂ ਦਾ ਖੁਰਾਕਾਂ ਨਾਲ ਪਲਿਆ ਹੋਇਆ, ਐਨ ਪੂਰਾ ਦਗ ਕਰਦਾ ਚਿਹਰਾ, ਨੌਜਵਾਨ ਹੋ ਗਿਆ। ਹੁਣ ਉੱਧਰੋਂ ਰਾਣੀ ਜੋਗੀਆਂ ਦੇ ਘਰੇ ਜਾ ਕੇ ਬੀਨ ਵਜਾਉਣ ਸਿੱਖ ਗਈ। ਬੀਨ ਵਜਾਉਂਦੀ ਹੈ, ਬੀਨ ਦੇ ਵਿੱਚ ਗੱਲ ਆਪਣੇ ਪਿਆਰੇ ਪੁੱਤ ਦਾ ਵਜਾਊਗੀ। ਹੰਸ ਲਾਲ, ਹੰਸ ਲਾਲ, ਹੰਸ ਲਾਲ, ਜਾਣੀ ਕੋਈ ਵੀ ਰਾਗ ਦੀ ਧੁਨ ਗਾਉਂਦੀ ਹੈ, ਬੋਲਦੀ ਹੰਸ ਲਾਲ ਹੀ ਹੈ। ਵੀ ਕਿਤੋਂ ਹੰਸ ਲਾਲ ਮਿਲੇਗਾ, ਮੇਰਾ ਪੁੱਤ ਮੈਨੂੰ ਮਿਲ ਜੂਗਾ। ਜਾਣੇ ਇੱਕ ਸਾਡੇ ਪਿੰਡ ਵੀ ਹੋਇਆ, ਇੱਕ ਵਿਚਾਰਾ ਸਵੀਪਰ ਸੀ, ਮਿਊਨਿਸਪਲ ਕਮੇਟੀ 'ਚ ਲੱਗਿਆ ਹੋਇਆ। ਉਹਨੂੰ ਕੁਦਰਤ ਮਹਾਰਾਜ ਦੀ ਭਗਵਾਨ ਨੇ ਇੱਕ ਥੋੜ੍ਹੇ ਜਿਹੇ ਦਿਮਾਗ ਦੀ ਸਿੱਧਰੀ ਔਰਤ ਦੇਤੀ। ਉਹਦੀ ਐਡੀ ਕਿਸਮਤ ਚਮਕੀ, ਉਸ ਔਰਤ ਦੇ ਪੇਟੋਂ ਇੱਕ ਬੱਚਾ ਪੈਦਾ ਹੋ ਗਿਆ। ਹੁਣ ਉਹ ਵਿਚਾਰੇ ਕੋਲ ਨਾ ਘਰ ਨਾ ਦਰ, ਪੱਥਰ ਸੁੱਟਿਆ ਪਿਆ ਸੀ ਸੜਕ 'ਤੇ ਪਾਉਣ ਵਾਲਿਆਂ ਦਾ। ਉਹ ਪੱਥਰ ਦੇ ਉੱਤੇ ਹੀ ਰਾਤ ਕੱਟਦੇ। ਕਿਤੋਂ ਹੁਣ ਟਰੱਕ ਆਉਣ ਜਾਣ ਵਾਲੇ ਲੰਘਣ ਵਾਲੇ ਨੇ, ਟਰੱਕ ਵਾਲਾ ਨੇ ਦੇਖ ਲਿਆ ਮੁੰਡਾ ਬਹੁਤ ਸੋਹਣਾ। ਮੁੰਡਾ ਅਤੇ ਉਹਦੇ ਘਰ ਵਾਲੀ ਨੂੰ ਰਾਤ ਨੂੰ ਲੈ ਗਿਆ ਕੋਈ ਚੱਕ। ਅੱਛਾ। ਸਾਰੀ ਉਮਰ ਉਹ ਵਿਚਾਰਾ ਹਾਏ ਕਲਾਪ ਕਰਦੇ ਹੀ ਮਰ ਗਿਆ। ਕਿਉਂ? ਮੇਰੀ ਸ਼ੱਭੋ ਆਊਗੀ, ਹਰੇਕ ਨੂੰ ਕਹਿੰਦਾ ਕਰੇ ਮੇਰੀ ਸ਼ੱਭੋ ਆਊਗੀ। ਦਿਮਾਗ ਹੱਲ ਗਿਆ, ਜਾਣੇ ਦਿਮਾਗ ਹੱਲ ਕੇ ਮਰਿਆ ਪੁੱਤ ਦੇ ਵਿਯੋਗ 'ਚ ਉਸੇ। ਸੋ ਇਹ ਹੁਣ ਰਾਣੀ ਪੁੱਤ ਭਾਲਦੀ ਫਿਰਦੀ ਹੈ, ਹੰਸ ਲਾਲ ਕਿੱਥੋਂ ਆਵੇ। ਹੁਣ ਉੱਧਰੋਂ
ਗੱਲ ਮੁੱਕਦੀ ਕਰੀਏ ਕਿੱਧਰ ਨੂੰ? ਜੰਗ ਦਾ ਬਾਜਾ ਫਤਿਹ ਕਰਕੇ ਕਾਬਲ ਔਰ ਕੰਧਾਰ ਨੂੰ ਜਿੱਤ ਕੇ ਰਾਣਾ ਉਦੈ ਸਿੰਘ ਵਾਪਸ ਆਉਂਦਾ। ਆ ਕੇ ਫੌਜਾਂ ਨੇ ਜਿਹੜੇ ਸ਼ਹਿਰ ਦੇ ਵਿੱਚ ਰਾਣੀ ਰਹਿੰਦੀ ਹੈ, ਹੰਸ ਲਾਲ ਰਹਿੰਦਾ, ਜੌਹਰੀ ਬੈਠਾ, ਉੱਥੇ ਹੀ ਕੈਂਪ ਲਾ ਲਿਆ। ਹੁਣ ਕੈਂਪ ਲਾ ਲਿਆ, ਚਵਾਰੇ ਦੇ ਵਿੱਚ ਬੈਠੀ ਰਾਣੀ ਬੀਨ ਵਜਾਉਂਦੀ ਹੈ। ਦੋ ਪਾਸੇ ਪੌੜੀਆਂ ਨੇ। ਹੁਣ ਜਦੋਂ ਬੀਨ ਵਜਾ ਰਹੀ ਹੈ, ਇੱਕ ਪਾਸੇ ਤਾਂ ਹੰਸ ਲਾਲ ਚੜ੍ਹਦਾ ਵੀ ਇਹ ਬੀਨ ਵਜਾਉਣ ਵਾਲੀ ਦੇਖਣੀ ਹੈ, ਇੱਕ ਪਾਸੇ ਰਾਣਾ ਉਦੈ ਸਿੰਘ ਚੜ੍ਹ ਗਿਆ ਪੌੜੀਆਂ। ਹੁਣ ਦੋਨੇ ਪਿਓ ਪੁੱਤ ਨੇ। ਤੋਤਾ ਤੋਤੀ ਨੂੰ ਕਹਿੰਦਾ ਤੋਤੀ, ਕਹਿੰਦੀ ਹਾਂ, ਕਹਿੰਦਾ ਉੱਡ ਚੱਲ। ਕਹਿੰਦੀ ਕੀ ਗੱਲ ਹੋ ਗਈ? ਕਹਿੰਦਾ ਮੈਂ ਤੈਨੂੰ ਮੈਂ ਕਹਿੰਦਾ ਭੱਜ ਚੱਲ। ਕਹਿੰਦੀ ਦੱਸਦਾ ਦੇ ਕੀ ਗੱਲ ਹੋ ਗਈ, ਕਿਉਂ ਮਗਜ ਮਾਰਿਆ? ਕਹਿੰਦਾ ਧਰਤੀ ਤੇ ਅਸਮਾਨ ਭਿੜਨ ਵਾਲੇ ਨੇ, ਧਰਤੀ ਤੇ ਅਸਮਾਨ ਭਿੜਨਗੇ, ਹੁਣ ਭੱਜ ਚੱਲ ਇੱਥੋਂ। ਉਧਰੋਂ ਉਦੈ ਸਿੰਘ ਖੜ ਗਿਆ, ਉਧਰੋਂ ਹੰਸ ਲਾਲ ਖੜਾ। ਧਰਤੀ ਤੇ ਅਸਮਾਨ ਭਿੜਨਗੇ। ਦੋਨੇ ਪਿਓ ਪੁੱਤ ਸੋਚੀ ਜਾਂਦੇ ਨੇ। ਹੰਸ ਲਾਲ ਸੋਚਦਾ ਨੌਜਵਾਨ ਮੁੰਡਾ ਹੈ, ਮੁੱਛ ਫੁੱਟ ਗੱਭਰੂ। ਉਧਰੋਂ ਸਰਦਾਰ ਉਦੈ ਸਿੰਘ ਰਾਜਪੂਤ, ਜਿਹਦੇ ਮੁੱਛਾਂ ਤੇ ਨਿੰਬੂ ਖੜਦਾ। ਦਿਮਾਗ ਦੋਨੇ ਲੜਾਈ ਜਾਂਦੇ ਨੇ ਵੀ ਧਰਤੀ ਅਸਮਾਨ ਭਿੜਨਗੇ। ਫਿਰ ਹੰਸ ਲਾਲ ਮਗਰ ਖੜ ਗਿਆ, ਕਹਿੰਦਾ ਵੀ ਉੱਧਰਲੇ ਨੂੰ ਜਾਣਦੇ, ਆਪਾਂ ਨਹੀਂ ਜਾਂਦੇ। ਹੁਣ ਉਦੈ ਸਿੰਘ ਚੜ੍ਹ ਗਿਆ ਉੱਪਰ। ਜਦੋਂ ਜਾ ਕੇ ਦੇਖਿਆ, ਰਾਣੀ ਹੰਸ ਦਾਮਣੀ ਬੀਨ ਵਜਾਉਂਦੀ ਆ, ਸਾਹਮਣੇ ਬੈਠੀ। ਸਿਰ ਮਾਰਿਆ ਰਾਜਪੂਤ ਨੇ। ਕਿਸਮਤ ਇੱਕ ਥੋੜ੍ਹੀ ਜਿਹੀ ਗਲਤੀ ਨਾਲ ਕਿੱਡੀ ਦੂਰ ਲੈ ਆਈ ਕਿਸਮਤ। 2 ਮਿੰਟ ਦੀ ਗਲਤੀ ਨਾਲ ਕਿੱਡੇ ਕਸ਼ਟ ਭੋਗੇ ਨੇ ਰਾਣੀ ਨੇ। ਰਾਣੀ ਤੂੰ ਸਾਰੀ ਵਾਰਤ ਹਾਲਾਤ ਸੁਣਾਤੇ। ਜਦੋਂ ਹਾਲਾਤ ਸੁਣਾਤੇ, ਉੱਪਰੋਂ ਖੜਾ ਪੌੜੀਆਂ 'ਚ ਨੌਜਵਾਨ ਮੁੱਛ ਫੁੱਟ ਗੱਭਰੂ ਰਾਜਪੂਤ ਹੰਸ ਲਾਲ ਵੀ ਸੁਣੀ ਜਾਂਦਾ। ਸਾਰੀ ਗੱਲ ਰਾਣੀ ਨੇ ਜਦੋਂ ਦੱਸੀ, ਹੰਸ ਲਾਲ ਨੇ ਵੀ ਸੁਣ ਲਈ ਵੀ ਐਂ ਕਰਕੇ ਜੌਹਰੀ ਉਹਨੂੰ ਚੱਕ ਕੇ ਲੈ ਗਿਆ। ਮੈਨੂੰ ਅੱਜ ਤੱਕ ਉਹਦਾ ਭੇਤ ਨਹੀਂ ਲੱਗਿਆ ਹੈ। ਮੈਂ ਫਿਰ ਜਦੋਂ ਇੰਨੀਆਂ ਗੱਲਾਂ ਕਹੀਆਂ ਵੀ ਮੈਨੂੰ ਹੀ ਹੰਸ ਲਾਲ ਕਹਿੰਦੇ ਨੇ ਜੌਹਰੀ ਮੈਨੂੰ ਚੱਕ ਕੇ ਲਿਆ, ਚੜ੍ਹ ਗਿਆ ਪੌੜੀਆਂ। ਹੋਇਆ ਮਾਂ ਦੇ ਸਾਹਮਣੇ, ਸੀਨੇ ਨਾਲ ਲਾਇਆ। ਜਾਣੇ 12 ਸਾਲ ਬਾਅਦ ਕਹਿੰਦੇ ਜਿਵੇਂ ਰੂੜੀ ਦੀ ਸੁਣੀ ਜਾਂਦੀ ਹੈ। ਹਿੱਕ ਨਾਲ ਲੱਗਿਆ, ਠੰਡੀ ਠਾਰ ਹੋ ਗਈ ਹਿੱਕ। ਕਹਿੰਦਾ ਵੀ ਇਹ ਦੱਸ ਫਿਰ ਕੀ ਹੈ? ਬੁਲਾ ਲਿਆ ਜੌਹਰੀ, ਆ ਜਾਵੇ, ਤੈਨੂੰ ਨਾਮ ਲਈਏ। ਤੁਹਾਨੂੰ ਪਤਾ ਹੀ ਹੈ ਫਿਰ ਰਾਜਪੂਤੀ ਸ਼ਾਨ ਬਦਲਾ ਕਿਵੇਂ ਲੈਂਦੇ ਨੇ। ਕੁੱਤਿਆਂ ਤੋਂ ਪੜਵਾਤਾ ਜੌਹਰੀ, ਅਤੇ ਉਹਦੇ ਘਰ ਵਾਲੀ ਨੂੰ ਵੀ ਨਾਲ ਹੀ ਤੋਰਤਾ ਕਿ ਜਾਓ। ਹੁਣ ਅਸਵਾਰ ਹੋ ਕੇ ਰਥਾਂ ਦੇ ਵਿੱਚ ਆਪੋ ਆਪਣੇ ਅਸਵਾਰੀਆਂ 'ਤੇ ਸਾਰੀ ਫੌਜ ਬੂੰਦੀਗੜ੍ਹ ਪਹੁੰਚ ਗਈ। ਬੂੰਦੀਗੜ੍ਹ ਆ ਕੇ ਜਦੋਂ ਨਾਲ ਹੰਸ ਲਾਲ ਆਉਂਦਾ, ਨਾਲ ਹੀ ਰਾਣੀ ਤੁਰੀ ਆਉਂਦੀ ਹੈ। ਜਦੋਂ ਮਹਿਲਾਂ ਦੀਆਂ ਪੌੜੀਆਂ ਚੜ੍ਹੇ ਤਾਂ ਮਾਂ ਕਹਿਣ ਲੱਗੀ, ਪੁੱਤ? ਕਹਿੰਦਾ ਹਾਂ ਮਾਤਾ ਜੀ। ਕਹਿੰਦੀ ਆ ਨਿਭਾਗ ਨੂੰ ਕਿਉਂ ਨਹੀਂ ਉਹਨੇ ਮਗਰ? ਆ ਕਲੰਕ ਮੂੰਹੀ ਔਰਤ ਨੂੰ ਘਾਹ ਸੁਣ ਲਈ ਉਹਨੇ। ਕਹਿੰਦਾ ਮਾਂ ਇਹ ਕਲੰਕ ਤੇਰਾ ਲਾਇਆ ਹੋਇਆ, ਕਲੰਕ ਨਹੀਂ ਹੈ। ਨੌਜਵਾਨ ਬੇਟੇ ਨੇ ਲਾਏ ਦਾਦੀ ਦੇ ਪੈਰੀਂ ਹੱਥ, ਪਰ ਮਗਰੇ ਖਿੱਚਲੇ ਪੈਰ, ਸਿਰ ਨਹੀਂ ਪਲੋਸਿਆ, ਕਿਉਂਕਿ ਉਹ ਤਾਂ ਸੋਚਦਾ ਵੀ ਸਾਡਾ ਪੁੱਤ ਹੀ ਨਹੀਂ ਹੈ। ਜਦੋਂ ਸਾਰੀ ਕਹਾਣੀ ਬਹਿ ਕੇ ਦੱਸਣ ਲੱਗਿਆ ਵੀ ਮੈਂ ਆਇਆ ਕਰਕੇ ਚੱਕਵੀ ਨੇ ਦੱਸਿਆ ਸੀ, ਮੈਂ ਲੈ ਕੇ ਆਇਆ ਸੀ ਹੰਸ। ਹੁਣ ਰਾਣੀ ਸੋਚਾਂ 'ਚ ਪੈ ਗਈ, ਕੀ ਜਵਾਬ ਦੇਵੇ। ਕੀ ਕਿਹਾ? ਕਹਿੰਦੀ ਵੇ ਪੁੱਤ, ਕਿੱਥੇ ਹੰਸ ਕਿੱਥੇ ਬੰਦਾ? ਹੰਸ ਕਿਵੇਂ ਚੱਕ ਲੂ ਬੰਦੇ ਨੂੰ? ਕਹਿੰਦਾ ਬੀਬੀ ਜੇ ਮੈਂ ਤੈਨੂੰ ਤੇਰੀਆਂ ਅੱਖਾਂ ਦੇ ਸਾਹਮਣੇ ਦਿਖਾ ਦਿਆਂ
ਹੂੰ ਫਿਰ ਤਾਂ ਮੰਨੇਗੀ। ਹੂੰ ਕਹਿੰਦੀ ਹਾਂ। ਹੰਸ ਨੂੰ ਕੀਤੀ ਬੇਨਤੀ, ਕਹਿੰਦਾ ਆ ਮਿੱਤਰੋ ਤੇਰੀ ਫੇਰ ਲੋੜ ਪੈਗੀ। ਹੂੰ ਹੰਸ ਆਇਆ, ਕਹਿੰਦਾ ਕਿਉਂ ਬਈ? ਕਹਿੰਦਾ ਮਿੱਤਰਾ ਆ ਮਾਤਾ ਦਾ ਭੁਲੇਖਾ ਦੂਰ ਕਰ ਦੇ। ਹੂੰ ਕਿਉਂਕਿ ਕਈ ਵਾਰੀ ਅਸੀਂ ਭੁਲੇਖੇ ਦੇ ਵਿੱਚ ਹੁੰਦੇ ਹਾਂ, ਜਦੋਂ ਭੁਲੇਖੇ ਚੱਕੇ ਜਾਂਦੇ ਨਾ ਫਿਰ ਇਨਸਾਨ ਨੂੰ ਕਈ ਵਾਰੀ ਪਛਤਾਉਣਾ ਵੀ ਪੈ ਜਾਂਦਾ ਹੈ। ਹੂੰ ਕਿਉਂਕਿ ਜਦੋਂ ਭੁਲੇਖਾ ਦੂਰ ਹੋ ਜਾਂਦਾ ਵੀ ਹਾਂ ਆਪਾਂ ਤਾਂ ਕਹਿੰਦੇ ਆ ਹੋ ਨਹੀਂ ਸਕਦਾ, ਹੂੰ ਇਹਨੇ ਕਰਕੇ ਦਿਖਾਤਾ। ਕਹਦਾ ਫਿਰ ਸਾਨੂੰ ਉੱਥੇ ਜਿਹੜਾ ਸਾਡਾ ਮਾਣ ਹੈ ਉਹ ਨੀਵਾਂ ਹੋ ਜਾਂਦਾ ਹੈ। ਕਿਉਂਕਿ ਕਹਿੰਦੇ ਨੇ ਵੀ ਭਲਾ ਭਲਾਈ ਨਹੀਂ ਤੱਜਦਾ ਹੁੰਦਾ। ਹੁਣ ਹੰਸ ਮਿੱਤਰ ਬਣਿਆ ਹੋਇਆ ਆ ਗਿਆ, ਕਹਿੰਦਾ ਬੈਠ ਮਿੱਤਰਾ, ਹੂੰ ਬੋਲ, ਕਹਿੰਦਾ ਕਾਏ ਗੇੜੇ ਦੇ ਦਿਆਂ ਮਹਿਲ ਤੋਂ ਦੀ ਰਾਣੀ ਦੇ ਸਾਹਮਣੇ। ਆ ਕਹਿੰਦਾ ਦੇਖ ਮਾਤਾ ਆਪਣੀਆਂ ਅੱਖਾਂ ਨਾਲ ਹੰਸ ਦੇ ਉੱਤੇ ਸਵਾਰ ਹੋ ਗਿਆ, ਮਹਿਲ ਦੇ ਉੱਤੇ ਗੇੜੇ ਦੇਈ ਜਾਂਦਾ। ਹੂੰ ਕਹਿੰਦਾ ਬੋਲ ਕਾਏ ਗੇੜੇ ਦੇ ਦਿਆਂ, ਪੁੱਛ ਲੈ ਮਾਈ ਨੂੰ। ਕਹਿੰਦੀ ਆ ਜਾ ਪੁੱਤ, ਮੇਰੇ ਭਰਮ ਭੁਲੇਖੇ ਦੂਰ ਹੋ ਗਏ, ਆ ਜਾਓ ਥੱਲੇ। ਥੱਲੇ ਉਤਰਿਆ ਹੰਸ ਅੜਾਰੀ ਮਾਰ ਕੇ ਕਹਿੰਦਾ ਵੀ ਛੁੱਟੀ ਹੈ ਮਿੱਤਰਾ? ਕਹਿੰਦੇ ਹਾਂ ਤੈਨੂੰ ਛੁੱਟੀ ਆ, ਹੁਣ ਤੂੰ ਜਾ ਸਕਦਾ। ਹੂੰ ਹੰਸ ਵਗ ਗਿਆ, ਮਾਂ ਦਾ ਭੁਲੇਖਾ ਦੂਰ ਕਰਤਾ। ਹੂੰ ਭੁਲੇਖਾ ਦੂਰ ਹੋਣ ਦੇ ਨਾਲ ਫਿਰ ਹੰਸ ਲਾਲ ਨੂੰ ਪਾਉਂਦੀਆਂ ਜੱਫੀਆਂ ਹੂੰ ਕਿ ਮੇਰਾ ਪੋਤਾ ਰਾਜਪੂਤ, ਇਹ ਵੀ ਰਾਜਪੂਤਾਂ ਦੀ ਅੰਸ਼ ਹੈ। ਹੂੰ ਮੈਂ ਤਾਂ ਇੱਕ ਗਲਤੀ ਕਰ ਬੈਠੀ ਅਤੇ ਰਾਣੀ ਤੋਂ ਮੰਗੀਆਂ ਮਾਫੀਆਂ ਕਿ ਧੀਏ ਜਿਹੜੀਆਂ ਮੇਰੇ ਤੋਂ ਹੋ ਗਈਆਂ ਮੈਨੂੰ ਮਾਫ ਕਰ, ਅੱਗੇ ਵਾਸਤੇ ਇਹੋ ਜਿਹੀ ਗਲਤੀ ਮੈਂ ਕਦੇ ਜ਼ਿੰਦਗੀ 'ਚ ਫੇਰ ਨਹੀਂ ਕਰੂੰਗੀ। ਸੋ ਇੰਨੀ ਕਹਿ ਕੇ ਰਾਣੀ ਜਾਣੇ ਚੌਂਕੇ 'ਤੇ ਚਾੜ ਲਈ, ਮਾਫੀਆਂ ਹੋ ਗਈਆਂ, ਦੋਨੇ ਪਰਿਵਾਰ ਖੁਸ਼ੋ ਖੁਸ਼ੀ ਬਚਦੇ ਨੇ।